तेरे उते खुदाया, जीवन नवा मैं तेथों पावन आया। मेरी है आस तेरे उते खुदाया, जीवन नवा मैं तेथों पावन आया। पापा च जिंद हुंदी जांदी ए फना, आया हां कोल तेरे बख्शी हुना। तेथों बगैर सुना मेरी मना, आया हां कोल तेरे बख्शी हुना। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ 29 ਜੂਨ ਦਾ ਦਿਨ ਅਸੀਂ ਦੋ ਮਹਾਨ ਰਸੂਲਾਂ ਦਾ ਈਦ ਮਨਾ ਰਹੇ ਹਾਂ, ਸੰਤ ਪਤਰਸ ਅਤੇ ਸੰਤ ਪੌਲੁਸ। ਇਹ ਦੋਵੇਂ ਰਸੂਲ ਸਨ। ਕਲੀਸਿਆ ਦੀ ਸ਼ੁਰੂਆਤ ਦੇ ਸਮੇਂ ਦੇ ਵਿੱਚ ਇਹਨਾਂ ਦਾ ਯੋਗਦਾਨ ਬਹੁਮੁੱਲਾ ਸੀ। ਇਹ ਦੋਵੇਂ ਪ੍ਰਭੂ ਯਿਸੂ ਮਸੀਹ ਦਾ ਅੰਜੀਲ ਦਾ ਪ੍ਰਚਾਰ ਕੀਤਾ ਅਤੇ ਦੋਵੇਂ ਆਪਣੀ ਜਾਨ ਦੀ ਕੁਰਬਾਨ ਵੀ ਦੇ ਦਿੱਤਾ ਪ੍ਰਭੂ ਯਿਸੂ ਮਸੀਹ ਦੀ ਅੰਜੀਲ ਦੇ ਪ੍ਰਤੀ। ਇਸੇ ਕਾਰਨ ਕਲੀਸਿਆ ਬਹੁਤ ਹੀ ਆਦਰ ਦੇ ਨਾਲ ਇਹਨਾਂ ਦੋਵਾਂ ਰਸੂਲਾਂ ਨੂੰ, ਸੰਤ ਪਤਰਸ ਅਤੇ ਸੰਤ ਪੌਲੁਸ ਨੂੰ ਅੱਜ ਯਾਦ ਕਰਦੀ ਹੈ। ਇਹਨਾਂ ਦੀ ਜ਼ਿੰਦਗੀ ਹਮੇਸ਼ਾ ਸਾਡੇ ਲਈ ਪ੍ਰੇਰਨਾ ਦਾ ਸਰੋਤ ਹੈ। ਕਿਸ ਤਰ੍ਹਾਂ ਸਾਡੇ ਵਿਸ਼ਵਾਸ ਦੇ ਵਿੱਚ ਸਾਨੂੰ ਪੱਕੇ ਰਹਿਣਾ ਹੈ, ਕਿਸ ਤਰ੍ਹਾਂ ਸਾਡੇ ਵਿਸ਼ਵਾਸ ਦੀ ਘੋਸ਼ਣਾ ਕਰਨਾ ਹੈ। ਇਸ ਲਈ ਇਹਨਾਂ ਸੰਤਾਂ ਦੀ ਜ਼ਿੰਦਗੀ ਹਮੇਸ਼ਾ ਵਿਸ਼ਵਾਸੀਆਂ ਦੇ ਲਈ ਇੱਕ ਪ੍ਰੇਰਨਾ ਹੈ। ਆਓ ਹੁਣ ਅਸੀਂ ਇਹਨਾਂ ਸੰਤਾਂ ਦੀ ਸਿਫਾਰਿਸ਼ ਮੰਗਦੇ ਹੋਏ ਇਸ ਪਵਿੱਤਰ ਕੁਰਬਾਨੀ ਲਈ ਆਪਣੇ ਆਪ ਨੂੰ ਤਿਆਰ ਕਰੀਏ, ਆਪਣੀਆਂ ਗੁਨਾਹਾਂ ਨੂੰ ਕਬੂਲ ਕਰੀਏ। ਮੈਂ ਇਕਬਾਲ ਕਰਦਾ ਹਾਂ, ਪੂਰੀ ਕੁਦਰਤ ਵਾਲੇ ਖੁਦਾ, ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਮੈਂ ਬੇਨਤੀ ਕਰਦੀ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲੇ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। दया
बढ़ियाई, महिमा होवे खुदा दी, धरती उते नेक नीयत लोकां दे विच शांति, स्वर्ग दे विच बढ़ियाई। खुदा बाप कुदरत वाले खुदा, स्वर्ग दे विच बढ़ियाई। दुनिया दे पापां नूं चुक ले जांदा है, मिन्नता सुन ले साडियां तूं, पाप दी सच बैठा है, दया तू कर हुण साडे उते, तू ही सुरगुण है खुदा, स्वर्ग दे विच बढ़ियाई। शान विच तू बाप तेरू पाक ना, स्वर्ग दे विच बढ़ियाई, महिमा होवे खुदा दी, धरती उते नेक नीयत लोकां दे विच शांति, स्वर्ग दे विच बढ़ियाई। ਅਸੀਂ ਪ੍ਰਾਰਥਨਾ ਕਰੀਏ। ਏ ਪ੍ਰਭੂ ਸਾਡੇ ਖੁਦਾ, ਸੰਤ ਪਤਰਸ ਅਤੇ ਪੌਲੁਸ ਦੇ ਤਿਉਹਾਰ ਦੇ ਦਿਨ ਤੂੰ ਸਾਨੂੰ ਬੇਹੱਦ ਖੁਸ਼ੀ ਪ੍ਰਦਾਨ ਕਰਦਾ ਹੈ। ਬਖਸ਼ ਦੇ ਕਿ ਤੇਰੀ ਕਲੀਸਿਆ ਹਮੇਸ਼ਾ ਉਹਨਾਂ ਦੀਆਂ ਸਿੱਖਿਆਵਾਂ ਦੀ ਪੈਰਵੀ ਕਰੇ ਜਿਨ੍ਹਾਂ ਤੋਂ ਅਸੀਂ ਈਮਾਨ ਬਾਰੇ ਸਭ ਤੋਂ ਪਹਿਲੀ ਸਿੱਖਿਆ ਹਾਸਲ ਕੀਤੀ ਹੈ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਪਾਕ ਦੀ ਏਕਤਾ ਵਿੱਚ ਇੱਕ ਖੁਦਾ ਜੀਵਨ ਦਾ ਤਰਾਜ ਕਰਦਾ ਹੈ, ਸਦਾ ਤੁਮ ਸਦਾ ਤੀਕਰ ਆਮੀਨ। ਪਾਠ ਪਹਿਲਾ। ਰਸੂਲਾਂ ਦੇ ਕਰਤੱਵ, ਉਸ ਦਾ 12 ਬਾਬ 1 ਤੋਂ 11 ਆਇਤ ਤੱਕ। ਲਗਭਗ ਉਸ ਸਮੇਂ ਰਾਜਾ ਹੈਰੋਦੀਸ ਨੇ ਕਲੀਸਿਆ ਨਾਲ ਸੰਬੰਧ ਰੱਖਣ ਵਾਲੀ ਕੁਝ ਲੋਕਾਂ ਵੱਲ ਅਤਿਆਚਾਰ ਦਾ ਹੱਥ ਵਧਾਇਆ। ਉਸਨੇ ਯਹੂਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਕਤਲ ਕਰ ਦਿੱਤਾ ਅਤੇ ਜਦੋਂ ਉਸਨੇ ਦੇਖਿਆ ਕਿ ਉਸ ਤੋਂ ਯਹੂਦੀ ਖੁਸ਼ ਹੋਏ ਸਨ ਤਾਂ ਉਸਨੇ
ਪਤਰਸ ਨੂੰ ਵੀ ਗ੍ਰਿਫਤਾਰ ਕਰਨ ਲਈ ਕਦਮ ਚੁੱਕੇ। ਜਦੋਂ ਉਸਨੇ ਪਤਰਸ ਨੂੰ ਫੜ ਲਿਆ ਤਾਂ ਉਸ ਨੂੰ ਕੈਦਖਾਨੇ ਵਿੱਚ ਬੰਦ ਕਰ ਦਿੱਤਾ ਅਤੇ ਉਸ ਨੂੰ 4-4 ਸਿਪਾਹੀਆਂ ਦੇ 4 ਦਸਤਿਆਂ ਦੇ ਪਹਿਰੇ ਵਿੱਚ ਰੱਖਿਆ। ਉਹ ਉਸ ਨੂੰ ਪਾਸਕਾ ਤਿਉਹਾਰ ਦੇ ਬਾਅਦ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਸੀ। ਇਸ ਤਰ੍ਹਾਂ ਪਤਰਸ ਕੈਦ ਵਿੱਚ ਬੰਦ ਸੀ, ਪਰ ਕਲੀਸਿਆ ਉਸ ਦੇ ਲਈ ਦਿਲੀ ਜੋਸ਼ ਨਾਲ ਖੁਦਾ ਅੱਗੇ ਪ੍ਰਾਰਥਨਾ ਕਰ ਰਹੀ ਸੀ। ਜਿਸ ਦਿਨ ਹੈਰੋਦੀਸ ਉਸ ਨੂੰ ਪੇਸ਼ ਕਰਨ ਵਾਲਾ ਸੀ, ਉਸ ਦੇ ਪਹਿਲੇ ਦੀ ਰਾਤ ਨੂੰ ਪਤਰਸ 2 ਸੰਗਲਾਂ ਨਾਲ ਜਕੜਿਆ ਹੋਇਆ 2 ਸਿਪਾਹੀਆਂ ਦੇ ਵਿਚਕਾਰ ਸੋ ਰਿਹਾ ਸੀ, ਜਦਕਿ ਬੂਹੇ ਦੇ ਸਾਹਮਣੇ ਪਹਿਰੇਦਾਰ ਮੰਤਰੀ ਕੈਦਖਾਨੇ ਦੀ ਨਿਗਰਾਨੀ ਕਰ ਰਹੇ ਸਨ। ਅਚਾਨਕ ਪ੍ਰਭੂ ਦਾ ਇੱਕ ਫਰਿਸ਼ਤਾ ਉਸ ਦੇ ਕੋਲ ਆ ਕੇ ਖੜਾ ਹੋ ਗਿਆ ਅਤੇ ਕੋਠੜੀ ਵਿੱਚ ਚਾਨਣ ਚਮਕਿਆ। ਉਸਨੇ ਪਤਰਸ ਦੀ ਵੱਖੀ ਨੂੰ ਹੁੱਜ ਮਾਰ ਕੇ ਉਸ ਨੂੰ ਜਗਾਇਆ ਅਤੇ ਕਿਹਾ, ਛੇਤੀ ਉੱਠ। ਇਸ ਤੇ ਪਤਰਸ ਦੀਆਂ ਹੱਥਕੜੀਆਂ ਦੇ ਸੰਗਲ ਡਿੱਗ ਪਏ। ਤਦ ਫਰਿਸ਼ਤੇ ਨੇ ਉਸ ਨੂੰ ਕਿਹਾ, ਆਪਣੀ ਕਮਰ ਕੱਸ ਲਵੋ ਅਤੇ ਜੁੱਤੀ ਪਾ ਲਵੋ। ਉਸਨੇ ਉਹੀ ਕੀਤਾ। ਫਰਿਸ਼ਤੇ ਨੇ ਫਿਰ ਉਸ ਨੂੰ ਕਿਹਾ, ਆਪਣੇ ਤਨ ਦੁਆਲੇ ਚਾਦਰ ਵਲੇਟ ਲਵੋ ਅਤੇ ਮੇਰੇ ਪਿੱਛੇ ਆ ਜਾਓ। ਪਤਰਸ ਉਸ ਦੇ ਪਿੱਛੇ ਪਿੱਛੇ ਚੱਲ ਕੇ ਬਾਹਰ ਆ ਗਿਆ। ਉਸ ਨੂੰ ਪਤਾ ਨਹੀਂ ਸੀ ਭਈ ਜੋ ਕੁਝ ਫਰਿਸ਼ਤੇ ਦੀ ਮਦਦ ਨਾਲ ਹੋ ਰਿਹਾ ਹੈ ਉਹ ਵਾਕਈ ਸੱਚ ਹੈ। ਉਹ ਸੋਚ ਰਿਹਾ ਸੀ ਕਿ ਉਹ ਕੋਈ ਸੁਪਨਾ ਜਾਂ ਦਰਸ਼ਨ ਦੇਖ ਰਿਹਾ ਹੈ। ਜਦੋਂ ਉਹਨਾਂ ਨੇ ਪਹਿਲੇ ਅਤੇ ਦੂਜੇ ਪਹਿਰੇ ਨੂੰ ਪਾਰ ਕਰ ਲਿਆ ਤਾਂ ਉਹ ਉਸ ਲੋਹੇ ਦੇ ਫਾਟਕ ਤੱਕ ਪਹੁੰਚੇ ਜੋ ਸ਼ਹਿਰ ਵੱਲ ਨੂੰ ਲੈ ਜਾਂਦਾ ਹੈ। ਫਾਟਕ ਉਹਨਾਂ ਦੇ ਲਈ ਆਪਣੇ ਆਪ ਖੁੱਲ੍ਹ ਗਿਆ ਅਤੇ ਉਹ ਬਾਹਰ ਨਿਕਲ ਕੇ ਇੱਕ ਗਲੀ ਵਿੱਚ ਦੀ ਲੰਘੇ ਤਾਂ ਫਰਿਸ਼ਤਾ ਅਚਾਨਕ ਉਸ ਨੂੰ ਛੱਡ ਕੇ ਚਲਾ ਗਿਆ। ਤਦ ਪਤਰਸ ਹੋਸ਼ ਵਿੱਚ ਆਇਆ ਅਤੇ ਉਸਨੇ ਕਿਹਾ, ਹੁਣ ਮੈਨੂੰ ਯਕੀਨ ਹੋਇਆ ਕਿ ਪ੍ਰਭੂ ਨੇ ਆਪਣਾ ਫਰਿਸ਼ਤਾ ਘੱਲ ਕੇ ਮੈਨੂੰ ਹੈਰੋਦੀਸ ਦੇ ਹੱਥੋਂ ਅਤੇ ਉਸ ਸਭ ਤੋਂ ਜਿਸ ਦੀਆਂ ਯਹੂਦੀ ਲੋਕਾਂ ਨੂੰ ਤਾਂਘਾ ਸੀ ਮੈਨੂੰ ਛੁਟਕਾਰਾ ਦਿੱਤਾ ਹੈ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਵਡਿਆਈ ਤੇਰੀ ਕਰਾਂਗਾ ਮੈਂ ਸਦਾ ਤੀਕ ਬਿਆਨ ਕਰਾਂ ਕਿ ਤੇਰਾ ਹੈ ਮੁਬਾਰਕ ਨਾਮ ਐ ਮੇਰੇ ਸ਼ਾਹ ਖੁਦਾ ਬੰਦਾ ਵਡਿਆਈ ਤੇਰੀ ਕਰਾਂਗਾ ਮੈਂ ਸਦਾ ਤੀਕ ਬਿਆਨ ਕਰਾਂ ਕਿ ਤੇਰਾ ਹੈ ਮੁਬਾਰਕ ਨਾਮ। ਮੈਂ ਤੈਨੂੰ ਹੀ ਖੁਦਾਵੰਦਾ ਹਰ ਰੋਜ਼ ਮੁਬਾਰਕ ਆਖਾਂਗਾ ਮੈਂ ਤੈਨੂੰ ਹੀ ਖੁਦਾਵੰਦਾ ਹਰ ਰੋਜ਼ ਮੁਬਾਰਕ ਆਖਾਂਗਾ ਹਮੇਸ਼ਾ ਤੇਰੇ ਨਾਲ ਹੀ
ਬੰਦਾ ਵਡਿਆਈ ਤੇਰੀ ਕਰਾਂਗਾ ਮੈਂ ਸਦਾ ਤੀਕ ਬਿਆਨ ਕਰਾਂ ਕਿ ਤੇਰਾ ਹੈ ਮੁਬਾਰਕ ਨਾਮ मैं सदा तीक बयान करा कि तेरा है मुबारक नाम। ਪਾਠ ਦੂਸਰਾ। ਤੀਮਥੇ ਦੇ ਨਾਮ ਦੂਸਰਾ ਪੱਤਰ ਉਸ ਦਾ 4 ਬਾਬ 6 ਤੋਂ 8 17 ਤੋਂ 18 ਆਇਤ ਤੱਕ। ਮੇਰੇ ਬਾਰੇ ਮੈਂ ਤਾਂ ਹੁਣ ਤਪਾਵਨ ਵਲੀ ਵਾਂਗ ਡੋਲਿਆ ਜਾ ਰਿਹਾ ਹਾਂ। ਮੇਰੇ ਵਿਦਾ ਹੋਣ ਦਾ ਸਮਾਂ ਆ ਗਿਆ ਹੈ। ਮੈਂ ਚੰਗੀ ਲੜਾਈ ਲੜ ਲਈ ਹੈ। ਮੈਂ ਆਪਣੀ ਦੌੜ ਪੂਰੀ ਕਰ ਲਈ ਹੈ ਅਤੇ ਮੈਂ ਈਮਾਨ ਨੂੰ ਸੰਭਾਲੀ ਰੱਖਿਆ ਹੈ। ਹੁਣ ਤੋਂ ਧਾਰਮਿਕਤਾ ਦਾ ਮੁਕਟ ਜੋ ਖਾਸ ਮੇਰੇ ਲਈ ਰੱਖਿਆ ਹੋਇਆ ਹੈ, ਜਿਹੜਾ ਧਰਮੀ ਨਿਆਂ ਕਰਤਾ ਪ੍ਰਭੂ ਉਸ ਦਿਨ ਮੈਨੂੰ ਦੇਵੇਗਾ, ਨਿਰਾ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਾਰਿਆਂ ਨੂੰ ਵੀ ਜਿਹੜੇ ਉਸ ਦੇ ਪ੍ਰਗਟ ਹੋਣ ਦੀ ਤਾਂਘ ਕਰਦੇ ਹਨ। ਪਰ ਪ੍ਰਭੂ ਨੇ ਮੇਰਾ ਸਾਥ ਦਿੱਤਾ ਅਤੇ ਬਲ ਬਖਸ਼ਿਆ ਕਿ ਮੇਰੇ ਰਾਹੀਂ ਖੁਸ਼ਖਬਰੀ ਦੇ ਸੰਦੇਸ਼ ਦਾ ਐਲਾਨ ਪੂਰੀ ਤਰ੍ਹਾਂ ਕੀਤਾ ਜਾਵੇ ਅਤੇ ਸਭ ਕੌਮਾਂ ਉਸ ਨੂੰ ਸੁਣ ਸਕਣ। ਸੋ ਇਸੇ ਤਰ੍ਹਾਂ ਮੈਂ ਸ਼ੇਰ ਦੇ ਮੂੰਹ ਵਿੱਚੋਂ ਬਚਾਇਆ ਗਿਆ। ਪ੍ਰਭੂ ਮੈਨੂੰ ਹਰ ਬੁਰੇ ਹਮਲੇ ਤੋਂ ਬਚਾਏਗਾ ਅਤੇ ਆਪਣੇ ਸਵਰਗ ਰਾਜ ਦੇ ਲਈ ਸੁਰੱਖਿਅਤ ਰੱਖੇਗਾ। ਉਸ ਦੀ ਮਹਿਮਾ ਸਦਾ ਤੋਂ ਸਦਾ ਤੀਕਰ ਹੁੰਦੀ ਰਹੇ। ਆਮੀਨ। ਇਹ ਪ੍ਰਭੂ ਦੀ ਬਾਣੀ ਹੈ। खुदा दा शुक्र होवे। घड़ी घड़ी में अंजील सुनाएंगे, प्यारे यीशु का नाम बताएंगे। घड़ी घड़ी में अंजील सुनाएंगे, प्यारे यीशु का नाम बताएंगे। ऐसा छेड़ेंगे मिलकर तराना, जागे उठेगा सारा जमाना। ऐसा छेड़ेंगे मिलकर तराना, जागे उठेगा सारा जमाना। भूले भटको पूरा कर लाएंगे, प्यारे यीशु का नाम बताएंगे। घर घर में अंजील सुनाएंगे, प्यारे यीशु का नाम बताएंगे। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮੱਤੀ ਦੇ ਅਨੁਸਾਰ ਹੈ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਜਦੋਂ ਯੀਸ਼ੂ ਕੈਸਰੀਆ ਫਿਲਿੱਪੀ ਦੇ ਇਲਾਕੇ ਵਿੱਚ ਪੁੱਜਾ ਤਾਂ ਉਸਨੇ ਆਪਣੇ ਚੇਲਿਆਂ ਤੋਂ ਪੁੱਛਿਆ, ਲੋਕ ਕੀ ਕਹਿੰਦੇ ਹਨ ਕਿ ਮਨੁੱਖ ਦਾ ਪੁੱਤਰ ਕੌਣ ਹੈ? ਉਹਨਾਂ ਨੇ ਕਿਹਾ, ਕੁਝ ਕਹਿੰਦੇ ਹਨ ਯੂਹੰਨਾ ਬਪਤਿਸਮਾ ਦੇਣ ਵਾਲਾ, ਹੋਰ ਕਹਿੰਦੇ ਹਨ ਏਲੀਆ ਅਤੇ ਕੁਝ ਹੋਰ ਕਹਿੰਦੇ ਹਨ ਯਰਮੀਆ ਜਾਂ ਨਬੀਆਂ ਵਿੱਚੋਂ ਕੋਈ ਹੋਰ ਹੈ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ? ਸਿਮੋਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਹੈ, ਜਿਉਂਦੇ ਖੁਦਾ ਦਾ ਪੁੱਤਰ। ਉੱਤਰ ਵਿੱਚ ਯੀਸ਼ੂ ਨੇ ਉਸ ਨੂੰ ਕਿਹਾ, ਧੰਨ ਹੈ ਤੂੰ ਸ਼ਿਮੋਨ ਬਾਰ ਯੋਹੰਨਾ, ਕਿਉਂਕਿ ਮਾਂਸ ਅਤੇ ਲਹੂ ਨੇ ਨਹੀਂ ਸਗੋਂ ਮੇਰੇ ਸਵਰਗੀ ਬਾਪ ਨੇ ਇਹ ਤੇਰੇ ਉੱਤੇ ਪ੍ਰਗਟ ਕੀਤਾ ਹੈ। ਮੈਂ ਤੈਨੂੰ ਕਹਿੰਦਾ ਹਾਂ, ਤੂੰ ਪਤਰਸ ਹੈ ਅਤੇ ਇਸ ਪੱਥਰ ਉੱਤੇ ਮੈਂ ਆਪਣੀ ਕਲੀਸਿਆ ਉਸਾਰਾਂਗਾ
ਅਤੇ ਮੌਤ ਦੀਆਂ ਸ਼ਕਤੀਆਂ ਉਸ ਦੇ ਉੱਤੇ ਫਤਿਹ ਨਹੀਂ ਪਾਉਣਗੀਆਂ। ਮੈਂ ਤੈਨੂੰ ਸੁਰਗ ਰਾਜ ਦੀਆਂ ਕੁੰਜੀਆਂ ਦੇਵਾਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਉਹ ਸੁਰਗ ਵਿੱਚ ਵੀ ਬੰਨਿਆ ਜਾਵੇਗਾ ਅਤੇ ਜੋ ਕੁਝ ਵੀ ਤੂੰ ਧਰਤੀ ਉੱਤੇ ਖੋਲੇਗਾ ਉਹ ਸੁਰਗ ਵਿੱਚ ਵੀ ਖੋਲਿਆ ਜਾਵੇਗਾ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਵੋ ਤੇ ਭੈਣੋ, ਅੱਜ ਅਸੀਂ ਰਸੂਲ ਪਤਰਸ ਅਤੇ ਰਸੂਲ ਪੌਲੁਸ ਦੇ ਸ਼ਹੀਦੀ ਦਿਵਸ ਨੂੰ ਮਨਾ ਰਹੇ ਹਾਂ। ਇਹ ਦੋਵੇਂ ਪ੍ਰਭੂ ਯਿਸੂ ਮਸੀਹ ਲਈ ਅੰਜੀਲ ਦਾ ਗਵਾਹ ਬਣ ਕੇ ਆਪਣਾ ਜਾਨ ਕੁਰਬਾਨ ਕਰ ਦਿੱਤਾ। ਇਹਨਾਂ ਦੋਵਾਂ ਦਾ ਸ਼ਹੀਦੀ ਦਿਵਸ ਇੱਕ ਨਹੀਂ ਸੀ, ਮਤਲਬ ਇਹ ਦੋਵੇਂ ਇੱਕੋ ਦਿਨ ਨਹੀਂ ਸ਼ਹੀਦ ਹੋਏ, ਅਲੱਗ-ਅਲੱਗ ਦਿਨ ਸੀ, ਪਰ ਇਹਨਾਂ ਦੋਵਾਂ ਨੂੰ ਅਸੀਂ ਇੱਕੋ ਦਿਨ ਵਿੱਚ ਯਾਦ ਕਰਦੇ ਹਾਂ। ਇਸ ਲਈ ਕਿ ਇਹ ਦੋਵੇਂ ਅਲੱਗ-ਅਲੱਗ ਸੀ, ਪਰ ਖੁਦਾ ਦੇ ਕੰਮ ਦੇ ਲਈ, ਕਲੀਸਿਆ ਦੇ ਕੰਮਾਂ ਦੇ ਲਈ ਇਹਨਾਂ ਦਾ ਇੱਕੋ ਹੀ ਮਕਸਦ ਸੀ। ਪ੍ਰਭੂ ਨੇ ਇਹਨਾਂ ਨੂੰ ਦੋਵਾਂ ਨੂੰ ਬੁਲਾਇਆ ਅਤੇ ਇੱਕੋ ਹੀ ਮਕਸਦ ਲਈ ਨਿਯੁਕਤ ਕੀਤਾ, ਉਹ ਸੀ ਅੰਜੀਲ ਦਾ ਪ੍ਰਚਾਰ। ਇਸ ਕੰਮ ਦੇ ਵਿੱਚ ਇਹਨਾਂ ਦੋਵਾਂ ਨੇ ਇੱਕਮਿਕ ਹੋ ਕੇ ਕੰਮ ਕੀਤਾ। ਕਲੀਸਿਆ ਦੀ ਸ਼ੁਰੂਆਤ ਦੇ ਵਿੱਚ ਇੱਕਮਿਕ ਹੋ ਕੇ ਪ੍ਰਚਾਰ ਕੀਤਾ। ਇਸ ਲਈ ਇੱਕੋ ਦਿਨ ਇਹਨਾਂ ਦੋਵਾਂ ਨੂੰ ਯਾਦ ਕੀਤਾ ਜਾਂਦਾ ਹੈ। ਸਾਨੂੰ ਪਤਾ ਹੈ ਅੰਜੀਲ ਦੇ ਵਿੱਚੋਂ ਅਸੀਂ ਪੜ੍ਹਦੇ ਹਾਂ, ਇਹ ਗੱਲ ਅਸੀਂ ਜਾਣਦੇ ਹਾਂ ਅੰਜੀਲ ਦੇ ਵਿੱਚੋਂ ਕਿ ਪਤਰਸ ਨੂੰ ਪ੍ਰਭੂ ਯਿਸੂ ਮਸੀਹ ਆਪਣੇ ਦੁੱਖ ਤਸੀਹੇ ਅਤੇ ਮੌਤ ਤੋਂ ਪਹਿਲਾਂ, ਜੀ ਉੱਠਣ ਤੋਂ ਪਹਿਲਾਂ, ਬਾਕੀ ਚੇਲਿਆਂ ਨੂੰ ਚੁਣਨ ਦੇ ਸਮੇਂ ਦੇ ਵਿੱਚ ਪਤਰਸ ਨੂੰ ਚੁਣਿਆ। ਗਲੀਲ ਇਲਾਕੇ ਦੇ ਵਿੱਚੋਂ ਚੁਣਿਆ। ਪਤਰਸ ਇੱਕ ਮਛੇਰਾ ਸੀ, ਪਰ ਪੌਲੁਸ ਨੂੰ ਇਸ ਤਰ੍ਹਾਂ ਨਹੀਂ। ਆਪਣੇ ਜੀ ਉੱਠਣ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਪੌਲੁਸ ਨੂੰ ਬੁਲਾਇਆ। ਪਤਰਸ ਇੱਕ ਸਾਧਾਰਨ ਇਨਸਾਨ ਸੀ, ਇੱਕ ਮਛੇਰਾ, ਅਨਪੜ੍ਹ, ਕੋਈ ਪੜ੍ਹਿਆ ਲਿਖਿਆ ਇਨਸਾਨ ਨਹੀਂ ਸੀ, ਪਰ ਪੌਲੁਸ ਇੱਕ ਪੜ੍ਹਿਆ ਲਿਖਿਆ ਇਨਸਾਨ ਸੀ। ਉਸਦਾ ਬਹੁਤ ਗਿਆਨ ਸੀ। ਇਹਨਾਂ ਦੋਵਾਂ ਵਿੱਚ ਬਹੁਤ ਫਰਕ ਹੈ। ਪਤਰਸ ਨੂੰ ਸੂਲੀ ਤੇ ਪੁੱਠਾ ਚੜਾਇਆ ਗਿਆ ਅਤੇ ਪੌਲੁਸ ਦਾ ਸਿਰ ਵੱਢਿਆ ਗਿਆ। ਇਸ ਤਰ੍ਹਾਂ ਇਹ ਦੋਵੇਂ ਸ਼ਹੀਦ ਹੋਏ। ਪਤਰਸ ਯਹੂਦੀਆਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਅੰਜੀਲ ਨੂੰ ਸੁਣਾਇਆ। ਪੌਲੁਸ ਗੈਰ ਯਹੂਦੀਆਂ ਦੇ ਰਸੂਲ ਦੇ ਨਾਮ ਦੇ ਵਿੱਚ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਇਹਨਾਂ ਦੋਵਾਂ ਵਿੱਚ ਬਹੁਤ ਫਰਕ ਸੀ। ਇਹਨਾਂ ਦਾ ਕੰਮ, ਜਿੱਥੇ ਉਹ ਕੰਮ ਕਰ ਰਿਹਾ ਸੀ, ਅਲੱਗ-ਅਲੱਗ ਥਾਵਾਂ ਦੇ ਵਿੱਚ ਇੱਕ ਪੜ੍ਹਿਆ ਲਿਖਿਆ ਆਦਮੀ ਸੀ, ਦੂਸਰਾ ਇਹਨਾਂ ਪੜ੍ਹਿਆ ਲਿਖਿਆ ਨਹੀਂ ਸੀ, ਪਰ ਖੁਦਾ ਨੇ ਇਸ ਤਰ੍ਹਾਂ ਵੱਖ-ਵੱਖ ਸੁਭਾਅ ਰੱਖਣ ਵਾਲੇ ਲੋਕਾਂ ਨੂੰ ਇੱਕੋ ਹੀ ਮਕਸਦ ਦੇ ਵਿੱਚ ਇਕੱਠਾ ਕਰਦਾ ਹੈ। ਪਿਆਰੇ ਭਰਾਓ ਤੇ ਭੈਣੋ, ਸੰਤ ਪਤਰਸ ਅਤੇ ਪੌਲੁਸ ਦਾ ਈਦ ਸਾਨੂੰ ਇਹੀ ਸੰਦੇਸ਼ ਦਿੰਦਾ ਹੈ। ਅੱਜ ਵੀ ਕਲੀਸਿਆ ਦੇ ਵਿੱਚ ਪ੍ਰਭੂ ਯਿਸੂ ਮਸੀਹ ਅਸਾਂ ਸਾਰਿਆਂ ਨੂੰ ਬੁਲਾਉਂਦਾ ਹੈ। ਅਸੀਂ ਵੱਖ-ਵੱਖ ਸੁਭਾਅ ਰੱਖਣ ਵਾਲੇ ਲੋਕ ਹਾਂ। ਸਾਡਾ ਕੰਮ ਵੱਖਰਾ ਹੈ, ਸਾਡਾ ਸੋਚ ਵੱਖਰਾ ਹੈ, ਪਰ ਖੁਦਾ ਸਾਨੂੰ ਇੱਕੋ ਹੀ ਮਕਸਦ ਲਈ ਸਾਨੂੰ ਬੁਲਾਉਂਦਾ ਹੈ। ਪ੍ਰਭੂ ਯਿਸੂ ਮਸੀਹ ਆਪਣੇ ਅੰਜੀਲ ਦਾ ਪ੍ਰਚਾਰ ਦੇ ਲਈ, ਆਪਣਾ ਸੰਦੇਸ਼ ਨੂੰ ਫੈਲਾਉਣ ਲਈ ਸਾਨੂੰ ਉਸ ਇੱਕੋ ਹੀ ਮਕਸਦ ਦੇ ਵਿੱਚ ਸਾਨੂੰ ਇਕੱਠਾ ਕਰਦਾ ਹੈ। ਇਹਨਾਂ ਸੰਤਾਂ ਦੀ ਜ਼ਿੰਦਗੀ ਸਾਨੂੰ ਹਮੇਸ਼ਾ ਪ੍ਰੇਰਨਾ ਦੀ ਸਰੋਤ ਹੋਣੀ ਚਾਹੀਦੀ ਹੈ। ਜਿਸ ਮਕਸਦ ਲਈ ਪ੍ਰਭੂ ਨੇ ਸਾਨੂੰ ਇਕੱਠਾ ਕੀਤਾ, ਉਸ ਮਕਸਦ ਨੂੰ ਪੂਰੀ ਤਰ੍ਹਾਂ ਇਮਾਨਦਾਰੀ ਦੇ ਨਾਲ ਨਿਭਾਈਏ। ਅਸੀਂ
ਆਪਣੇ ਜ਼ਿੰਦਗੀ ਰਾਹੀਂ, ਜ਼ਿੰਦਗੀ ਦੀਆਂ ਨੇਕ ਕੰਮਾਂ ਰਾਹੀਂ ਉਸ ਪ੍ਰਭੂ ਯਿਸੂ ਮਸੀਹ ਦਾ ਗਵਾਹੀ ਦੇਈਏ। ਸੰਤ ਪਤਰਸ ਅਤੇ ਪੌਲਸ ਦੀ ਸਿਫਾਰਿਸ਼ ਸਾਨੂੰ ਤਾਕਤ ਬਖਸ਼ੇ, ਸਾਨੂੰ ਸਾਡੀ ਈਮਾਨ ਦੀ ਯਾਤਰਾ ਦੇ ਵਿੱਚ ਸਾਨੂੰ ਅੱਗੇ ਚੱਲਣ ਦੀ ਸ਼ਕਤੀ ਬਖਸ਼ੇ। ਖੁਦਾ ਅਸੀਂ ਸਾਰਿਆਂ ਨੂੰ ਬਰਕਤ ਦੇਵੇ। ਅਸੀਂ ਸਾਰੇ ਮਿਲ ਕੇ ਪਾਕ ਤਸਲਿਸ ਖੁਦਾ ਉੱਤੇ ਆਪਣਾ ਈਮਾਨ ਨੂੰ ਪ੍ਰਗਟ ਕਰੀਏ ਅਤੇ ਆਖੀਏ, ਰਸੂਲਾਂ ਦਾ ਕਲਮਾ। मैं खुदा उत्ते ईमान रखती हाँ, जिहड़ा बाप पूरी कुदरत वाला, आसमान ते जमीन दा पैदा करने वाला है। मैं यीशु मसीह उत्ते ईमान रखती हाँ, जिहड़ा उसदा इकलौता बेटा अते साडा खुदावंद है, और पाक दी कुदरत नाल कुआरी मरियम दे गर्भ विच पिया अते उस तो जम्मिया। उसने 35 पिलातुस दे अहद विच दुख उठाया, सलीब उत्ते चढ़ाया गया, मर गया ते दबिया गया, बरजग विच जा उतरिया, तीसरे दिहाड़े मुर्दियां विचों जी उठिया, आसमान ते चढ़ गया, खुदा बाप पूरी कुदरत वाले दे सज्जे हाथ जा बैठा, जिथों जिउंदियां ते मुर्दियां दा इंसाफ करन लई फिर आवेगा। मैं ईमान रखदी हां रूह पाक उत्ते, एक पाक कैथोलिक कलीसिया, पाक लोकां दी शराकत, गुनाहां दी माफी, जिस्म दा जी उठना अते हमेशा दी जिंदगी उत्ते। आमीन। मेरे प्यारे प्रभु जी, करियो कबूल दान मेरा। मेरे प्यारे प्रभु जी, करियो कबूल दान मेरा। तुसी करियो कबूल दान मेरा। लिया हाँ प्यार अपना रोटी दे रूप विच, लिया हाँ प्यार अपना रोटी दे रूप विच। आत्म समर्पण मेरा दाक्रस दे रूप विच, आत्म समर्पण मेरा दाक्रस दे रूप विच। मेरी मेहनत दी कमाई, मेरी मेहनत दी कमाई। मेरे प्यारे प्रभु जी, करियो कबूल दान मेरा। तुसी करियो कबूल दान मेरा। ਭਰਾਵੋ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੇ ਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। प्रभु इस कुर्बानी नूं तुहाडे हत्थां दे विचों अपने नाम दी उस्तत ते वਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੀ ਭਲਾਈ ਲਈ ਕਬੂਲ ਕਰੇ। ਇਹ ਪ੍ਰਭੂ ਸਾਡੇ ਖੁਦਾ, ਬਖਸ਼ ਦੇ ਕਿ ਤੇਰੀ ਅਲਤਾਰ ਤੇ ਚੜਾਏ ਜਾਣ ਵਾਲੀਆਂ ਇਹਨਾਂ ਨਜ਼ਰਾਨੀਆਂ ਦੇ ਨਾਲ ਰਸੂਲਾਂ ਦੀਆਂ ਸਿਫਾਰਿਸ਼ੀ ਪ੍ਰਾਰਥਨਾਵਾਂ ਦੀ ਵੀ ਸਾਨੂੰ ਨਜ਼ਦੀਕੀ ਤੌਰ ਤੇ ਤੇਰੇ ਨਾਲ ਜੋੜ ਦੇਣ, ਤਾਂ ਜੋ ਇਹ ਕੁਰਬਾਨੀ ਸਾਡੇ ਈਮਾਨ ਦਾ ਸੱਚਾ ਪ੍ਰਗਟਾਵਾ ਬਣੇ, ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਵਨ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਇਹ ਅਕਾਲ ਅਯਾਲੀ
ਤੂੰ ਆਪਣੇ ਇੱਜੜ ਨੂੰ ਕਦੀ ਛੱਡ ਨਹੀਂ ਜਾਂਦਾ, ਸਗੋਂ ਆਪਣੇ ਪਵਿੱਤਰ ਰਸੂਲਾਂ ਰਾਹੀਂ ਸਦਾ ਉਸ ਦੀ ਨਿਗਰਾਨੀ ਅਤੇ ਰਾਖੀ ਕਰਦਾ ਹੈ। ਜਿਨ੍ਹਾਂ ਪੁਰੋਹਿਤਾਂ ਨੂੰ ਆਪਣੇ ਬੇਟੇ ਦੇ ਉੱਤਰਾਧਿਕਾਰੀ ਅਤੇ ਆਪਣੇ ਲੋਕਾਂ ਦੇ ਚਰਵਾਹੇ ਬਣਾ ਕੇ ਤੂੰ ਆਪ ਨਿਯੁਕਤ ਕੀਤਾ ਹੈ, ਉਹਨਾਂ ਦੇ ਰਾਹੀਂ ਤੂੰ ਆਪਣੀ ਕਲੀਸਿਆ ਦੀ ਅਗਵਾਈ ਕਰਦਾ ਰਹਿੰਦਾ ਹੈ। ਇਸ ਲਈ ਫਰਿਸ਼ਤਿਆਂ ਤੇ ਮਹਾਫਰਿਸ਼ਤਿਆਂ ਅਤੇ ਸਾਰੇ ਸੁਰਗੀ ਲਸ਼ਕਰਾਂ ਨਾਲ ਮਿਲ ਕੇ ਅਸੀਂ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੀ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਾਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਾਨਾ। ਇਹ ਪ੍ਰਭੂ ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜਿਵੇਂ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰ ਦਿਆ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਦੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਇਹ ਮਨ ਦਾ ਭੇਦ, ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਗਾ। ਇਹ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਇਹ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪਾਂ ਫ੍ਰੈਂਕੋ ਦੇ ਅਗਨੈਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉਠਣ ਦੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਛਾਨਣ ਵਿੱਚ ਸਵਾਗਤ ਕਰ। ਇਹ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਧੰਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰਸੰਦ ਯੂਸਫ ਦੇ ਨਾਲ, ਧੰਨ ਰਸੂਲਾਂ ਅਤੇ ਤੇਰੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇੱਕ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ
ਸਦਾ ਤੀਕਰ। ਆਮੀਨ। ਸਾਡੇ ਮੁਕਤੀਦਾਤੇ ਦੇ ਹੁਕਮ ਦੇ ਮੁਤਾਬਿਕ ਅਤੇ ਉਸ ਦੇ ਖੁਦਾਈ ਸਿੱਖਿਆ ਦੇ ਅਨੁਸਾਰ ਅਸੀਂ ਇਹ ਆਖਣ ਦੀ ਦਲੇਰੀ ਕਰਦੇ ਹਾਂ, ਇਹ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਇਹ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਇਹ ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜੀਵਨ ਦਾ ਤਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੀ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੀ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੀ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਦੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਮੇਰੀ ਦਿਲ ਦੇ ਬਗੀਚੇ ਵਿੱਚ ਆ ਜਾ, ਐ ਯਿਸੂ ਪਿਆਰੇ ਤੂੰ। ਮੇਰੇ ਦਿਲ ਦੇ ਬਗੀਚੇ ਵਿੱਚ ਆ ਜਾ, ਐ ਯਿਸੂ ਪਿਆਰੇ ਤੂੰ। ਇਸ ਦਿਲ ਨੂੰ ਕਰ ਲੈ ਆਪਣਾ, ਇਹਦਾ ਵਾਲੀ ਹੋ ਜਾ ਤੂੰ। ਇਸ ਦਿਲ ਨੂੰ ਕਰ ਲੈ ਆਪਣਾ, ਇਹਦਾ ਵਾਲੀ ਹੋ ਜਾ ਤੂੰ। मेरा दिल है यीशु दा बगीचा, एदा फल ओनू अज देना। मेरा दिल है यीशु दा बगीचा, एदा फल ओनू अज देना। मोहब्बत दे कम मैं करा, मोहब्बत दी बोली बोला। मोहब्बत दे कम मैं करा, मोहब्बत दी बोली बोला। मेरे दिल दे बगीचे विच आ जा, ऐ यीशु प्यारे तू। मेरे दिल दे
ਅਸੀਂ ਪ੍ਰਾਰਥਨਾ ਕਰੀਏ। ਏ ਪ੍ਰਭੂ, ਇਸ ਪਾਕਯੋਗ ਕ੍ਰਿਸਤ ਰਾਹੀਂ ਤੂੰ ਆਪਣੀ ਕਲੀਸਿਆ ਦੇ ਬੱਚਿਆਂ ਨੂੰ ਰਜਾਇਆ ਹੈ। ਬਖਸ਼ ਦੇ ਕੇ ਲਗਾਤਾਰ ਪਾਕਮਾਸ ਦੀ ਕੁਰਬਾਨੀ ਵਿੱਚ ਹਿੱਸਾ ਲੈ ਕੇ ਰੋਟੀ ਤੋੜਨ ਅਤੇ ਰਸੂਲਾਂ ਦੀਆਂ ਸਿੱਖਿਆਵਾਂ ਵਿੱਚ ਕਾਇਮ ਰਹਿਣ ਨਾਲ ਅਸੀਂ ਤੇਰੇ ਪਿਆਰ ਦੇ ਬੰਧਨ ਵਿੱਚ ਸਿਰਫ ਇੱਕ ਦਿਲ ਅਤੇ ਇੱਕ ਰੂਹ ਬਣ ਜਾਈਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲੇ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ, ਸ਼ਾਂਤੀ ਨਾਲ ਜਾਓ। खुदा दा शुक्र होवे। दुआ याद कर, याद कर ए नहायत मेहरबान कुआरी मरियम, पर कदी ये नहीं सुनिया गया कि कोई भी तेरी पनाह लभदियां, तेरी मदद चाहुंदियां, तेरी सिफारिश मंगदियां ते तो खाली गया होवे। ए कुआरी कुआरियां दी अति मेरी मां, इस तसल्ली नाल मैं तेरे कोल नस्सी आउंदी हां अति तेरे अगे खलो के मैं गुनाही रोंदी हां। ऐ तारी हुई कलाम दी मां, तू मेरे अर्ज़ां नूं हकीम ना जान, सगों मेहरबानी नाल सुन अते कबूल कर। आमीन। हजरत मरियम शांति दी रानी साडे लई दुआ कर। शुक्रगुजारी दी पेट तैनू चढ़ावा मैं, शुक्रगुजारी दी पेट तैनू चढ़ावा मैं। नाल चौकसी पैर तरा, नाल चौकसी पैर तरा, जद तेरे कर आवा शुक्रगुजारी दी पेट तैनू चढ़ावा मैं, शुक्रगुजारी दी पेट तैनू चढ़ावा मैं। तेरा शुक्र खुदा इना सावा लई, तेरा शुक्र खुदा इस दिन लई, तेरा शुक्र खुदा इना साहा लई, तेरा शुक्र खुदा। शुक्र गुजारी करदा करदा, शुक्र गुजारी करदा करदा, वारे वारे जावा मैं, शुक्रगुजारी दी पेट तैनू चढ़ावा मैं, शुक्रगुजारी दी पेट तैनू चढ़ावा मैं। नाल चौकसी पैर तरा, नाल चौकसी पैर तरा, जद तेरे कर आवा शुक्रगुजारी दी पेट तैनू चढ़ावा मैं, शुक्रगुजारी